ਵੈਲਕਮ ਮਾਈ ਡੀਅਰ ਸਟੂਡੈਂਟਸ, ਤੁਹਾਡੇ ਆਪਣੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟੇ, ਕਲਾਸ 10th ਦੇ ਮਾਈ ਫਸਟ 100 ਡੇਜ਼ ਇਨ ਸਕੂਲ ਵਿਦ ਮੈਥਮੈਟਿਕਸ ਦੇ ਵਿੱਚ ਸ਼ੀਟ ਨੰਬਰ 19 ਦਾ ਕੰਮ ਅੱਜ ਆਪਾਂ ਕਰ ਰਹੇ ਹਾਂ, ਜਿਹੜੇ ਕਿ 62 ਡੇ ਤੋਂ ਸ਼ੁਰੂ ਹੋ ਰਿਹਾ ਹੈ। ਠੀਕ ਹੈ ਜੀ, ਜਿੰਨੇ ਡੇਜ਼ ਦਾ ਕੰਮ ਬੇਟਾ ਇਸ ਵੀਡੀਓ 'ਚ ਕਵਰ ਹੋ ਸਕਿਆ ਆਪਾਂ ਕਰਾਂਗੇ, ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਕਿਉਂਕਿ ਇਹ ਸ਼ੀਟ ਕਾफ़ੀ ਲੰਬੀ ਹੈ। ਤਾਂ ਬੇਟਾ ਬਿਨਾਂ ਕਿਸੇ ਦੇਰੀ ਤੋਂ ਆਪਾਂ ਇਸ ਸ਼ੀਟ ਨੂੰ ਸ਼ੁਰੂ ਕਰਦੇ ਹਾਂ। ਡੇ ਨੰਬਰ 62। ਕੁਐਸਚਨ ਹੈ ਫਿਲ ਦਾ ਫੋਲੋਇੰਗ ਇਨ ਐਪਰੋਪਰੀਏਟ ਪਿਕਚਰ। ਹੇਠਾਂ ਦਿੱਤਿਆਂ ਵਿੱਚੋਂ ਸਹੀ ਚਿੱਤਰ ਵਿੱਚ ਭਰੋ। ਤਾਂ ਬੇਟਾ ਆਪਾਂ ਨੂੰ ਬਹੁਤ ਸਾਰੇ ਸਟਾਰਸ ਬਣਾ ਕੇ ਦਿੱਤੇ ਹੋਏ ਹੈ, ਉਹਦੇ ਵਿੱਚ ਆਪਾਂ ਭਰਨਾ ਕੀ ਹੈ। ਫਸਟ ਹੈ ਪੋਲੀਨੋਮੀਅਲ ਇਨ 1 ਵੇਰੀਏਬਲ, ਇੱਕ ਚਲ ਵਾਲੇ ਬਹੁਪਦ। ਹੁਣ ਪਹਿਲਾਂ ਤਾਂ ਇਹਨਾਂ 'ਚੋਂ ਪਛਾਣੋ ਕਿ ਕਿਹਦੇ ਵਿੱਚ ਸਿਰਫ ਇੱਕ ਹੀ ਚਲ ਦੀ ਵਰਤੋਂ ਕੀਤੀ ਗਈ ਹੈ। ਇੱਕ ਚਲ ਦੀ ਵਰਤੋਂ ਦੇਖੋ ਇਸ ਵਿੱਚ ਹੈ, ਇਸ ਵਿੱਚ ਹੈ, ਇਹਦੇ ਵਿੱਚ ਵੀ ਇੱਕ ਚਲ ਦੀ ਵਰਤੋਂ ਹੈ ਅਤੇ ਇਹਦੇ ਵਿੱਚ ਵੀ ਇੱਕ ਚਲ ਦੀ ਵਰਤੋਂ ਹੈ। ਪਰ ਤੁਸੀਂ ਇਹਦੇ ਵਿੱਚ ਕੁਝ ਫਰਕ ਦੇਖ ਰਹੇ ਹੋਵੋਗੇ। ਦੋ ਆਪਾਂ ਇਸ ਤਰ੍ਹਾਂ ਦੇ ਦੇਖੇ ਨੇ ਜਿਨ੍ਹਾਂ ਵਿੱਚ ਕੋਈ ਇਕੁਅਲ ਟੂ ਦਾ ਸਾਈਨ ਨਹੀਂ ਹੈ, ਅਤੇ ਦੋ ਆਪਾਂ ਨੇ ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਇਕੁਅਲ ਟੂ ਦਾ ਸਾਈਨ ਹੈ। ਤਾਂ ਇੱਥੇ ਹੀ ਆਪਣੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਬੇਟਾ ਕਿ ਇਹਨਾਂ ਵਿੱਚ ਕੁਝ ਡਿਫਰੈਂਸ ਹੈ। ਤਾਂ ਉਹ ਡਿਫਰੈਂਸ ਕੀ ਹੈ, ਚਲੋ ਆਓ ਨੋਟ ਕਰਦੇ ਹਾਂ। ਦੇਖੋ ਇੱਥੇ ਇਹਨੇ ਦੋ ਵਿੱਚ ਯੂਜ਼ ਕੀਤਾ ਸ਼ਬਦ ਪੋਲੀਨੋਮੀਅਲ, ਅਗਲੇ ਦੋ ਵਿੱਚ ਇਹਨੇ ਸ਼ਬਦ ਯੂਜ਼ ਕੀਤਾ ਹੈ ਇਕੁਏਸ਼ਨ, ਸਮੀਕਰਨ ਅਤੇ ਬਹੁਪਦ। ਹੁਣ ਇਹੀ ਫਰਕ ਹੈ ਬੇਟਾ, ਬਹੁਪਦ ਆਪਾਂ ਕਿਹਨੂੰ ਕਹਿੰਦੇ ਹਾਂ, ਪੋਲੀਨੋਮੀਅਲ ਆਪਾਂ ਕਿਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਚਲਾਂ ਅਤੇ ਅਚਲਾਂ ਦੇ ਵਿੱਚ ਸੰਬੰਧ ਨੂੰ ਦਿਖਾਇਆ ਗਿਆ ਹੁੰਦਾ। ਸਮੀਕਰਨ ਆਪਾਂ ਕਿਸ ਨੂੰ ਕਹਿੰਦੇ ਹਾਂ, ਜਿਹਦੇ ਵਿੱਚ ਚਲਾਂ ਅਤੇ ਅਚਲਾਂ ਵਿੱਚ ਸੰਬੰਧ ਨੂੰ ਬਰਾਬਰ ਹੈ ਦੇ ਨਿਸ਼ਾਨ ਨਾਲ ਸਮਝਾਇਆ ਗਿਆ ਹੁੰਦਾ। ਠੀਕ ਹੈ, ਜਿਹਦੇ ਵਿੱਚ ਬਰਾਬਰਤਾ ਦਾ ਨਿਸ਼ਾਨ ਹੁੰਦਾ, ਇਕੁਅਲ ਹੁੰਦਾ, ਇਕੁਐਲਿਟੀ ਦਾ ਸਾਈਨ ਹੋਵੇ। ਠੀਕ ਹੈ, ਉਸਨੂੰ ਆਪਾਂ ਇਕੁਏਸ਼ਨ ਕਹਿੰਦੇ ਹਾਂ। ਅਤੇ ਜੇ ਇਹ ਗੱਲ ਤੁਹਾਨੂੰ ਸਮਝ ਆ ਗਈ ਹੈ ਤਾਂ ਆਪਾਂ ਇਸ ਸਮ ਨੂੰ ਬੜੇ ਅੱਛੇ ਤਰੀਕੇ ਨਾਲ ਕਰ ਪਾਵਾਂਗੇ। ਤਾਂ ਪੋਲੀਨੋਮੀਅਲ ਇਨ 1 ਵੇਰੀਏਬਲ ਦੇ ਵਿੱਚ ਕੀ ਲਿਖਿਆ ਜਾਏਗਾ, 5 + 3x ਅਤੇ 5x - 15, ਕਿਉਂਕਿ ਇਹਨਾਂ ਵਿੱਚ ਕੋਈ ਇਕੁਅਲ ਟੂ ਦਾ ਸਾਈਨ ਨਹੀਂ ਹੈ, ਇਹ ਬਹੁਪਦ ਹਨ। ਨੈਕਸਟ ਹੈ ਜੀ ਪੋਲੀਨੋਮੀਅਲ ਇਨ 2 ਵੇਰੀਏਬਲਸ। ਹੁਣ 2 ਵੇਰੀਏਬਲਸ ਦੇ ਵਿੱਚ ਪਛਾਣੋ ਕਿਹੜੇ ਕਿਹੜੇ ਆਪਾਂ ਨੂੰ ਦਿੱਤੇ ਹੋਏ ਨੇ। ਦੇਖੋ ਇਹ ਤਿੰਨੋਂ, ਇੱਕ ਹੋਰ ਹੈ, ਇਹ ਚਾਰੋਂ 2 ਵੇਰੀਏਬਲਸ ਦੇ ਵਿੱਚ ਹੈ, ਪਰ ਕੀ ਇਹ ਪੋਲੀਨੋਮੀਅਲਸ ਨੇ? ਨਹੀਂ ਜੀ, ਸਾਰਿਆਂ ਦੇ ਵਿੱਚ ਇਕੁਐਲਿਟੀ ਦਾ ਸਾਈਨ ਹੈ, ਤਾਂ ਇਹ ਸਾਰੀਆਂ ਇਕੁਏਸ਼ਨਸ ਨੇ। ਠੀਕ ਹੈ ਜੀ, ਤਾਂ 2 ਵੇਰੀਏਬਲ ਦੇ ਵਿੱਚ ਕੋਈ ਵੀ ਪੋਲੀਨੋਮੀਅਲ ਨਹੀਂ ਦਿੱਤੀ ਗਈ, ਇਹ ਬਲੈਂਕ ਰਹੇਗਾ, ਖਾਲੀ ਰਹੇਗਾ। ਨੈਕਸਟ ਹੈ ਇਕੁਏਸ਼ਨ ਇਨ 1 ਵੇਰੀਏਬਲ, ਇੱਕ ਚਲ ਵਾਲੇ ਸਮੀਕਰਨ। ਤਾਂ ਹੁਣ ਇੱਥੇ ਬੇਟਾ ਸਮੀਕਰਨਾਂ ਲਿਖਣੀਆਂ ਨੇ ਜਿਹਦੇ ਵਿੱਚ ਸਿਰਫ ਇੱਕ ਹੀ ਚਲ ਦੀ ਵਰਤੋਂ ਹੋਈ ਹੈ। ਤਾਂ ਇਹਦੇ ਵਿੱਚ ਆਊਗਾ ਇੱਕ ਤਾਂ 5 + 3x = 0, ਇੱਕ ਆਏਗਾ ਆਪਣੇ ਕੋਲੇ 9z = 2। ਠੀਕ ਹੈ ਜੀ, ਤਾਂ ਇਹ ਦੋ ਹੈ ਜਿਹਦੇ ਵਿੱਚ ਇਕੁਅਲ ਦਾ ਸਾਈਨ ਵੀ ਹੈ, ਮਤਲਬ ਇਹ ਇਕੁਏਸ਼ਨ ਹੈ, ਅਤੇ ਇਹਦੇ ਵਿੱਚ ਇੱਕ ਹੀ ਵੇਰੀਏਬਲ ਚਲ ਜਿਹੜਾ ਹੈ ਯੂਜ਼ ਕੀਤਾ ਗਿਆ। ਨੈਕਸਟ ਹੈ ਇਕੁਏਸ਼ਨ ਇਨ 2 ਵੇਰੀਏਬਲਸ, ਦੋ ਚਲਾਂ ਵਾਲੇ ਸਮੀਕਰਨ। ਤਾਂ ਦੋ ਚਲਾਂ ਵਾਲੇ ਸਮੀਕਰਨ ਕਿਹੜੇ ਕਿਹੜੇ ਨੇ ਬੇਟਾ, ਇੱਕ ਤਾਂ ਹੈ 6x + 5y = 9, ਦੋ ਚਲ ਨੇ ਅਤੇ ਇਹ ਇਕੁਏਸ਼ਨ ਹੈ। ਠੀਕ ਹੈ, ਨੈਕਸਟ ਕਿਹੜਾ ਹੈ 5z + 7y - 2 = 0। ਨੈਕਸਟ ਹੈ 6 = 3u - 2v, ਅਤੇ ਅਗਲਾ ਹੈ ਜੀ 6m - 3t = 9। ਤਾਂ ਇਹ ਚਾਰੋਂ ਜਿਹੜੀਆਂ ਨੇ ਬੇਟਾ ਇਹ ਦੋ ਚਲਾਂ ਵਾਲੀਆਂ ਸਮੀਕਰਨਾਂ ਨੇ। ਠੀਕ ਹੈ ਜੀ, ਇੱਥੇ ਤੱਕ ਤੁਹਾਨੂੰ ਸਮਝ ਆ ਗਿਆ। ਹੁਣ ਇਹਨੂੰ ਮੈਂ ਥੋੜ੍ਹਾ ਇਰੇਜ਼ ਕਰਨ ਲੱਗੀ ਹਾਂ ਤਾਂ ਕਿ ਆਪਾਂ ਅਗਲੇ ਦੋਨੋਂ ਸਟਾਰਸ ਅੱਛੀ ਤਰ੍ਹਾਂ ਭਰ ਸਕੀਏ। ਇਹਦੇ ਵਿੱਚ ਸਾਰੀਆਂ ਇਕੁਏਸ਼ਨਸ ਲਿਖਣੀਆਂ ਨੇ ਅਤੇ ਇਸ ਸਟਾਰ ਦੇ ਵਿੱਚ ਆਪਾਂ ਸਾਰੇ ਪੋਲੀਨੋਮੀਅਲ ਬਹੁਪਦ ਲਿਖਣੇ। ਤਾਂ ਮੈਂ ਜਿਹੜੇ ਇਕੁਏਸ਼ਨਸ ਲਿਖਣੀਆਂ ਨੇ ਬੇਟਾ ਉਸਨੂੰ ਰਾਊਂਡ ਕਰੂੰਗੀ, ਜੋ ਪੋਲੀਨੋਮੀਅਲ ਲਿਖਣੇ ਨੇ ਉਸਨੂੰ ਮੈਂ ਟਿਕ ਕਰੂੰਗੀ। ਠੀਕ ਹੈ, ਕਿਉਂਕਿ ਆਪਾਂ ਇੰਨੇ ਇਸ ਸਟਾਰ ਦੇ ਵਿੱਚ ਨਹੀਂ ਨਾ ਲਿਖ ਸਕਦੇ। ਤਾਂ ਚਲੋ ਪਹਿਲਾਂ ਸਮੀਕਰਨ ਜਿਨ੍ਹਾਂ ਨੂੰ ਆਪਾਂ ਰਾਊਂਡ ਕਰਨਾ ਹੈ। ਤਾਂ ਦੇਖੋ ਇਹ ਸਾਰੀਆਂ ਕੀ ਨੇ ਬੇਟਾ ਜੀ, ਸਮੀਕਰਨ। ਤਾਂ ਬਹੁਪਦ ਦੇ ਵਿੱਚ ਕੀ ਆਏਗਾ, ਬਹੁਪਦ ਦੇ ਵਿੱਚ ਬੇਟਾ ਆਹੀ ਆਉਣਗੇ 5 + 3x ਅਤੇ 5x -
50। हाँ जी, गल क्लीयर हो गई पहले सम दी। तो हुण आपां इसदी होम असाइनमेंट देखते हैं की दित्ती हुई है। इस डे दी होम असाइनमेंट है बेटा, गिव 3 एग्जाम्पल्स ऑफ लीनियर इक्वेशन इन 2 वेरीएबल। 2 चलां वाले रेखी समीकरण दियां 3 उदाहरणां दिओ। तो आपां 3 उदाहरणां देनियां बेटा, ठीक है। चल होण 2 ते होवे ओह रेखी। तो फस्ट देखो मैं लिख रही हाँ 2x + 3y इज़ इक्वल टू 4। देखो 2 चल वरते ने किहड़े किहड़े, x ते y। दोनों की पावर किन्नी किन्नी वरती आपां 1, यानी कि वो रेखी है, ठीक है। तो इक्वल टू का साइन भी है, यदा मतलब यह इक्वेशन है। तुसी कोई भी बेटा जिहड़ा तुहाडा जी कर रहा है उस ढंग नाल लिख सकते हो। बेसिक गल्लां दा ध्यान रखना है। इक्वैलिटी का साइन ते 2 चल रेखी होवे मतलब उन्हां दी पावर 1। तो मैंने दूसरी भी लिखती उदाहरण। तीसरी उदाहरण आपां लिख सकते हैं। तो ऐदा आपां तीसरी उदाहरण भी लिखती 2 चलों दे विच रेखी समीकरण। ठीक है बेटा, नैक्सट डे का काम करते हैं। डे नंबर 63 ਇਹਦੇ ਵਿੱਚ है बेटा, इफ़ द कॉस्ट ऑफ 5 बैट्स एंड 2 बॉल्स इज़ ₹600। 5 बैटां ते 2 बॉलों का मुल 600 रुपए है। कॉस्ट ऑफ 3 बैट्स एंड 4 बॉल्स इज़ ₹500। 3 बैटां ते 4 बॉलों का मुल 500 रुपए है। रिप्रजेंट दिस सिचुएशन एल्जैब्रिकली। इस स्थिति को बीज गणितिक रूप विच दर्शाओ। मतलब बेटा जो तुसी यह पढ़ रहे हो स्टेटमेंट, इसनों मैथेमैटिकली बीज गणितिक रूप मतलब चलां अते अचलां दे विच दर्शाना आपां समीकरण बना के। ठीक है जी। तो पहला रफ लिखो जी, वो 5 बैट खरीद रहे है तो 2 बॉलां खरीद रहे हैं। बैट नूं मैं कल्ला बी लिखिया तो बॉल नूं मैं पूरा बॉल लिखता। तो हुण जदों ये दोनों चीज़ां उन्हें खरीदियां ने तो इन्हां दा जिहड़ा बिल बनूगा वो इकट्ठा बनूगा, ताईं वो 600 रुपया दे के आया है। ठीक है जी। तो हुण आपां की लिखिया बेटा, बराबर की आऊगा ये 600। दूजी की सिचुएशन की है, तीनों ने बैट लिते ने, चारों ने बॉल्स लितियां ने, तो टोटल बिल उहदा कितना बनिया 500। ठीक है जी। हुण इसनूं आपां अलजैब्रिकली दसदे हां। हाँ जी बेटा, तो ये विच सानूं पहला मनना पेगा कि मनो बैट का जिहड़ा मुल है वो x है तो बॉल का जिहड़ा मुल है वो y है। इंग्लिश मीडियम वाले बच्चे मान लियो लैट कॉस्ट ऑफ बैट 1 बैट, ठीक है। तो इत्थे 1 बॉल या 1 बैट लिख सकते आप। 1 बैट का जिहड़े कॉस्ट है वो x है, कॉस्ट ऑफ 1 बॉल जिहड़ी है वो y है। तो अकॉर्डिंग टू क्वेश्चन, पेन ने मेरे ख्याल से कलर नहीं दिख रहा है ना। हाँ जी। तो अकॉर्डिंग टू क्वेश्चन आपां ने किन्ने बैट लिते ने जी 5। तो जदों उन्हां दे कॉस्ट कड्डांगे तो 5 नूं एक जिहड़ा बैट है उसके मुल नाल मल्टीप्लाई करके 5 बैटां का मुल आएगा, प्लस 2 ने बॉलां लितियां ने, प्लस 2 वाई, टोटल अपने कोले बिल बन रहा है 600। ठीक है। दूजी सिचुएशन है 3 बैट। बेटा एक बैट की कीमत नूं जदों 3 नाल मल्टीप्लाई करांगे तो 3 बैटां का मुल आऊगा। 4 बॉलां, जदों एक बॉल के मुल नूं आपां 4 नाल मल्टीप्लाई करांगे तां ही 4 बॉलां का मुल आएगा। दोनों का जिहड़ा टोटल वैल्यू, टोटल जिहड़ा बिल है वो 500 रुपए बनता है। तो ये बेटा होगी इस सिचुएशन की एल्जैब्रिक रिप्रजेंटेशन, बीज गणितिक रूप दे विच दर्शा दिता गया। ठीक है। हुण आपां इसदा होम असाइनमेंट देखते हैं, आपां नूं की काम दिता गया। सेम टाइप का देखो आपां नूं क्वेश्चन दिता गया, कॉस्ट ऑफ 2 पेन एंड 5 पेंसिल। हुण इहदे विच पेन ते पेंसिल ने बेटा, उस तरह ही लैट कर लो। हुण मैं इंग्लिश लिख दिंदी हां इधर, लैट कॉस्ट ऑफ 1 पेन x मान लो, कॉस्ट ऑफ 1 पेंसिल इसनूं y लैट कर लो। अकॉर्डिंग टू क्वेश्चन, तो क्वेश्चन की कह रहा सानू, जो 2 पेन खरीदते हैं तो 2 पेनां का मुल कितना होगा, जो 1 पेन के मुल नाल आपां 2 नूं मल्टीप्लाई कर देंगे। 5 पेंसिलां तो 5 वाई, टोटल बिल कितना बन रहा है 600। सेम बेटा 4 पेन लिते ने तो 4x मुल हो गया उन्हों का,
3 ਪੈਨਸਲਾਂ ਲਿੱਤੀਆਂ ਨੇ ਤਾਂ 3 ਵਾਈ ਇਹਨਾਂ ਦੀ ਵੈਲਿਊ ਹੋ ਗਈ। ਟੋਟਲ ਮਨੀ ਕਿੰਨੀ ਬਣਦੀ ਹੈ 500। ਤਾਂ ਇਹ ਹੋ ਗਿਆ ਬੇਟਾ, ਇਹ ਸਿਚੁਏਸ਼ਨ ਨੂੰ ਆਪਾਂ ਬੀਜ ਗਣਿਤਿਕ ਰੂਪ ਦੇ ਵਿੱਚ ਦਰਸਾ ਦਿੱਤਾ ਹੈ। ਠੀਕ ਹੈ ਬੇਟਾ, ਸਮਝ ਆ ਗਿਆ ਹੈ ਤੁਹਾਨੂੰ ਸਾਰਿਆਂ ਨੂੰ। ਇੱਕ ਵਾਰ ਆਪਣੀ ਬੁੱਕ ਦੇ ਵਿੱਚੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਲੱਭਣਾ ਹੈਗੇ ਆ ਆਪਣੀ ਬੁੱਕ ਦੇ ਵਿੱਚ 3rd ਚੈਪਟਰ ਦੇ ਵਿੱਚ। ਠੀਕ ਹੈ, ਤੇ ਹੁਣ ਆਪਾਂ ਡੇ ਨੰਬਰ 64 ਦਾ ਕੰਮ ਕਰਦੇ ਹਾਂ। ਹਾਂਜੀ, ਡੇ ਨੰਬਰ 64 ਦਾ ਜਿਹੜਾ ਕੰਮ ਹੈ ਉਹ ਕੀ ਹੈ? ਫਾਈਂਡ ਦਾ ਵੈਲਿਊ ਆਫ y ਇਨ 5x minus 2y is equal to 12 if x equal to 2। ਪੰਜਾਬੀ ਦੇ ਵਿੱਚ ਕੀ ਹੈ? ਇੱਕ ਸਮੀਕਰਨ ਦਿੱਤੀ ਹੋਈ ਹੈ, ਉਸ ਵਿੱਚ y ਦਾ ਮੁੱਲ ਪਤਾ ਕਰੋ ਜੇਕਰ x ਬਰਾਬਰ 2 ਹੋਵੇ। ਹਾਂਜੀ, ਤਾਂ ਇਸ ਵਿੱਚ ਬੇਟਾ ਆਪਾਂ x ਬਰਾਬਰ 2 ਦਿੱਤਾ ਹੋਣ ਤੇ ਵੈਲਿਊ ਕੱਢਣੀ ਹੈ y ਦੀ। ਤਾਂ ਜਿੱਥੇ ਤੁਹਾਨੂੰ x ਦਿਖ ਰਿਹਾ ਹੈ ਬੇਟਾ ਉੱਥੇ ਆਪਾਂ ਵੈਲਿਊ ਪੁੱਟ ਕਰਨੀ ਹੈ 2। ਤਾਂ 5 ਨੂੰ 2 ਨਾਲ ਮਲਟੀਪਲਾਈ ਕੀਤਾ, 5 ਦੂਣੀ 10। ਤਾਂ ਇੱਥੋਂ ਆਪਾਂ ਬੇਟਾ ਇਸ ਸਮੀਕਰਨ ਨੂੰ ਹੱਲ ਕਰਨਾ ਹੈ। y ਆਪਾਂ ਲੈਫਟ ਸਾਈਡ ਤੇ ਹੀ ਰੱਖ ਲਿਆ ਤੇ 10 ਦੂਸਰੀ ਸਾਈਡ ਚਲਾ ਗਿਆ ਨੈਗੇਟਿਵ ਹੋ ਕੇ। ਠੀਕ ਹੈ ਜੀ, ਤਾਂ -2y ਇਜ਼ ਇਕੁਅਲ ਟੂ 12 ਦੇ ਵਿੱਚੋਂ 10 ਮਾਈਨਸ ਕਰਾਂਗੇ ਆਊਗਾ 2 ਵਿਦ ਪੋਜ਼ਿਟਿਵ ਸਾਈਨ। ਤਾਂ y ਕਿੰਨਾ ਆ ਗਿਆ ਬੇਟਾ 2 ਦੇ ਓਵਰ -2 ਕੈਂਸਲ ਹੋ ਗਿਆ ਬੇਟਾ, ਤਾਂ ਆਂਸਰ ਆ ਗਿਆ ਆਪਣੇ ਕੋਲੇ -1। ਤਾਂ ਇਸ ਸਮੀਕਰਨ ਦਾ ਹੱਲ ਕੀ ਹੈ? x ਇਕੁਅਲ ਟੂ 2 ਤੇ y ਇਜ਼ ਇਕੁਅਲ ਟੂ -1। ਵੀ ਜੇ x 2 ਹੈ ਤਾਂ y ਦਾ ਆਂਸਰ ਕਿੰਨਾ ਹੈ? -1। ਤੇ ਜੇ ਆਪਾਂ ਇਸ ਨੂੰ ਚੈੱਕ ਕਰਨਾ ਚਾਹੀਏ ਬੇਟਾ ਦੋਨੇ ਵੈਲਿਊਜ਼ ਲੈਫਟ ਸਾਈਡ ਤੇ ਭਰੋ। ਇਹ ਸਮ ਤੁਹਾਡਾ ਹੋ ਚੁੱਕਾ ਹੈ, ਮੈਂ ਤੁਹਾਨੂੰ ਸਿਰਫ ਚੈੱਕ ਦਾ ਮੈਥਡ ਦੱਸ ਰਹੀ ਹਾਂ। ਦੇਖੋ 5x ਤੇ ਸੀਗਾ ਆਪਣੇ ਕੋਲੇ 2, y ਆਪਾਂ ਕੱਢਿਆ ਜੀ -1। 5 ਦੂਣੀ ਹੋ ਗਿਆ 10, ਮਾਈਨਸ ਦੇ 2 ਨੂੰ ਮਾਈਨਸ ਦੇ 1 ਨਾਲ ਮਲਟੀਪਲਾਈ ਕਰਾਂਗੇ ਹੋ ਗਿਆ ਪਲੱਸ ਦਾ 2। ਆਂਸਰ ਆਊਗਾ ਬੇਟਾ 12 ਤੇ ਰਾਈਟ ਸਾਈਡ ਤੇ ਵੀ ਇਸ ਦੀ ਵੈਲਿਊ ਕਿੰਨੀ ਹੈ? 12। ਇਟ ਮੀਨਸ ਆਪਾਂ y ਦਾ ਜਿਹੜਾ ਆਂਸਰ ਹੈ ਉਹ ਬਿਲਕੁਲ ਸਹੀ ਪਤਾ ਕੀਤਾ। ਇਸ ਦੀ ਹੋਮ ਅਸਾਈਨਮੈਂਟ ਦੇਖਦੇ ਹਾਂ। ਸੇਮ ਉਸੇ ਤਰ੍ਹਾਂ ਦਾ ਇੱਕ ਕੁਐਸਚਨ ਹੈ ਆਪਣੇ ਕੋਲੇ। ਹਾਂਜੀ ਬੇਟਾ, ਬਿਲਕੁਲ ਉਸੇ ਤਰ੍ਹਾਂ ਦਾ ਕੁਐਸਚਨ ਆਪਾਂ ਕਰਦੇ ਹਾਂ। ਫਾਈਂਡ ਦਾ ਵੈਲਿਊ ਆਫ x ਇਨ ਕੀ ਆਪਾਂ ਨੂੰ ਸਮੀਕਰਨ ਦਿੱਤੀ ਹੈ 2x ਮਾਈਨਸ y ਬਰਾਬਰ ਹੈ 8। ਤੇ ਜੇ ਕਹਿੰਦੇ y ਕਿੰਨਾ ਦਿੱਤਾ ਹੋਵੇ 2, ਤਾਂ ਇੱਥੇ y ਦੀ ਵੈਲਿਊ 2 ਹੈ ਬੇਟਾ। 2x ਮਾਈਨਸ y ਬਰਾਬਰ 8 ਵਿੱਚ x ਦਾ ਮੁੱਲ ਪਤਾ ਕਰੋ ਜੇਕਰ y ਬਰਾਬਰ 2 ਹੋਵੇ। ਤਾਂ ਜਿੱਥੇ ਬੇਟਾ ਤੁਹਾਨੂੰ y ਦਿਖ ਰਿਹਾ ਹੈ ਤੁਸੀਂ ਉੱਥੇ ਕਿੰਨਾ ਮੁੱਲ ਭਰਨਾ ਹੈ? 2। ਤਾਂ 2 ਕਿਉਂਕਿ ਪੋਜ਼ਿਟਿਵ ਹੀ ਹੈ ਤਾਂ ਤੁਹਾਨੂੰ ਇਹ ਬ੍ਰੈਕਟ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਤਾਂ ਇਹ ਮਾਈਨਸ ਹੈ ਤਾਂ ਉੱਧਰ ਜਾ ਕੇ ਕੀ ਹੋ ਜਾਏਗਾ ਬੇਟਾ +2। ਤਾਂ 2x ਬਰਾਬਰ 8 ਤੇ 2 ਜੋੜੇ ਬੇਟਾ ਜੀ 10। ਤਾਂ x ਦਾ ਆਂਸਰ ਆਏਗਾ ਬੇਟਾ 10/2 ਕੱਟ ਕੇ ਆ ਗਿਆ 5। ਤਾਂ x ਦਾ ਆਂਸਰ ਕਿੰਨਾ ਹੈ? 5। ਚੈੱਕ ਕਰਨਾ ਚਾਹੁੰਦੇ ਹਾਂ ਆਪਾਂ ਆਂਸਰ ਤਾਂ ਚੈੱਕ ਕਰ ਸਕਦੇ ਹਾਂ। ਲੈਫਟ ਸਾਈਡ ਤੇ ਵੈਲਿਊਜ਼ ਭਰੋ ਬੇਟਾ। x ਆਪਣਾ 5 ਆਇਆ ਤੇ y ਆਪਣੇ ਕੋਲ ਸੀਗਾ 2। 5 ਦੂਣੀ ਹੋ ਗਿਆ ਜੀ 10, 10 ਚੋਂ 2 ਮਾਈਨਸ ਕਰਾਂਗੇ ਆਊਗਾ 8 ਵਿਦ ਪੋਜ਼ਿਟਿਵ ਸਾਈਨ। ਤੇ ਰਾਈਟ ਸਾਈਡ ਤੇ ਆਪਣੇ ਕੋਲੇ 8 ਹੈ। ਠੀਕ ਹੈ ਜੀ, ਤਾਂ ਇਸ ਕਰਕੇ ਆਪਣਾ ਆਂਸਰ ਬਿਲਕੁਲ ਸਹੀ ਹੈ। ਤਾਂ ਬੇਟਾ ਇਹ ਸੀਗੇ ਆਪਣੇ ਡੇ ਨੰਬਰ 62 ਤੋਂ 64 ਤੱਕ ਦਾ ਕੰਮ। ਨੈਕਸਟ ਆਪਾਂ ਜਲਦ ਹੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਅਗਲੇ ਡੇਜ਼ ਦੇ ਕੰਮ ਨਾਲ। ਠੀਕ ਹੈ ਜੀ, ਤਦ ਤੱਕ ਤੁਸੀਂ ਇਸ ਕੰਮ ਦੀ ਪ੍ਰੈਕਟਿਸ ਕਰੋ ਤੇ ਚੈਨਲ ਦੇ ਨਾਲ ਜੁੜੇ ਰਹਿਣਾ ਤਾਂ ਕਿ ਹਰੇਕ ਅਗਲੀ ਵੀਡੀਓ ਤੁਹਾਨੂੰ ਅਪਡੇਟ ਜਿਹੜੀ ਹੈ ਨਾਲ ਦੀ ਨਾਲ ਮਿਲਦੀ ਰਹੇ। ਠੀਕ ਹੈ ਜੀ, ਟੇਕ ਕੇਅਰ, ਬਾਏ ਬੇਟਾ।